विजन पंजाब टीवी देख रहे हो तुसी ते मैं हाँ तुहाडे नाल अनु कौड़ा ਸਿੰਘੂ ਬਾਰਡਰ ਦੇ ਉੱਤੇ मौजूद हाँ जिथे इस किसान अंदोलन ने सरकार दीआं अखां खोलियां सरकार नूं जाग दवाई ते उस तो बाद ਜਿਹੜੇ ਕਾਨੂੰਨ ਨੇ ਕਾਲੇ ਕਾਨੂੰਨ ਨੇ ਉਹ ਵਾਪਸ ਲੈਣ ਲਈ ਸਰਕਾਰ ਮੰਨੀ ਪਰ 1 ਸਾਲ ਦਾ ਸਮਾਂ ਲੱਗ ਗਿਆ ਸਰਕਾਰ ਦੀਆਂ ਅੱਖਾਂ ਖੁੱਲ੍ਹਦੇ ਫਿਰ ਵੀ ਉਹਨਾਂ ਨੂੰ ਸਾਰੇ ਕਿਸਾਨ ਹੀ ਨਜ਼ਰ ਆਏ ਕੁਝ ਕੁ ਕਿਸਾਨ ਹੀ ਨਜ਼ਰ ਆਏ ਪਰ ਜਿੱਥੇ ਕਿਸਾਨਾਂ ਨੇ ਉਹ ਅੱਖਾਂ ਖੋਲੀਆਂ ਸਰਕਾਰ ਦੀਆਂ ਅੱਖਾਂ ਖੋਲੀਆਂ ਇੱਥੇ ਸਿੰਘੂ ਟਿੱਕਰੀ ਗਾਜ਼ੀਪੁਰ ਬਾਰਡਰ ਦੇ ਉੱਤੇ ਵੀ ਜਿਹੜੀਆਂ ਅੱਖਾਂ ਦਾ ਇਲਾਜ ਕੀਤਾ ਜਾਂਦਾ ਹੈ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਦੀ ਅੱਖਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾਂਦੀ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਯੁਕਤ ਕਿਸਾਨ ਮੋਰਚਾ ਅੱਖਾਂ ਵਾਸਤੇ ਮੁਫਤ ਦਵਾਈਆਂ ਐਨਕਾਂ ਅਤੇ ਆਪਰੇਸ਼ਨ ਦੀ ਸੇਵਾ ਸੋ ਡਾਕਟਰ ਸਾਹਿਬ ਦਾ ਨਾਮ ਵੀ ਇੱਥੇ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਉਹ ਸੇਵਾ ਵੀ ਇੱਥੇ ਨਿਭਾਈ ਜਾਂਦੀ ਹੈ 26 ਨਵੰਬਰ ਤੋਂ ਲੈ ਕੇ ਪਹਿਲਾਂ ਹਫਤੇ ਦੇ ਵਿੱਚ 4 ਦਿਨ ਇੱਥੇ ਕੈਂਪ ਲੱਗਦਾ ਸੀ ਤੇ ਹੁਣ 3 ਦਿਨ ਇਹ ਜਿਹੜਾ ਕੈਂਪ ਹੈ ਇੱਥੇ ਲਗਾਇਆ ਜਾ ਸਕਦਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦੀ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਤਾਂ ਉਹਨਾਂ ਦਾ ਹਲੇ ਇਲਾਜ ਹੋਣਾ ਹੈ ਪਰ ਇੱਧਰ ਜਿਨ੍ਹਾਂ ਦੇ ਐਨਕਾਂ ਲੱਗ ਚੁੱਕੀਆਂ ਨੇ ਉਹਨਾਂ ਦਾ ਮਤਲਬ ਹੋ ਚੁੱਕਿਆ ਹੈ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਪਾਣੀਪਤ ਹਰਿਆਣੇ ਤੋਂ ਜੀ ਹਾਂਜੀ ਤੇ ਪਤਾ ਕਿਵੇਂ ਲੱਗਾ ਫਿਰ ਤੁਹਾਨੂੰ ਵੀ ਇੱਥੇ ਕੈਂਪ ਲੱਗਾ ਹੋਇਆ ਇਹ ਤੇ ਸਾਡਾ ਇਹ ਸ਼ੁਰੂ ਤੋਂ ਸਾਲ ਹੋ ਗਿਆ ਇੱਥੇ ਰਹਿੰਦੇ ਹਾਂ ਜੀ ਸਟੇਜ ਤੇ ਡਾਕਟਰ ਬਲਬੀਰ ਸਿੰਘ ਜੀ ਪ੍ਰਚਾਰ ਕਰਦੇ ਨੇ ਤੇ ਉਹਨਾਂ ਦਾ ਪ੍ਰਚਾਰ ਸੁਣ ਕੇ ਪਤਾ ਸੀ ਇੱਥੇ ਆਏ ਹਾਂ ਜੀ ਹਾਂਜੀ ਮਤਲਬ ਅੰਦੋਲਨ 'ਚ ਹੀ ਸੀਗੇ ਹਾਂ 2 ਸਾਲ ਹੋ ਗਿਆ ਸਾਨੂੰ ਅਸੀਂ ਅੰਦੋਲਨ ਨਾਲ ਜਿੱਥੇ ਹਾਂ ਜੀ ਹੁਣ ਤਾਂ ਫਿਰ ਜਿੱਤ ਹੋ ਗਈ ਹੁਣ ਤਾਂ ਮਤਲਬ ਪੌੜੀ ਉੱਤੇ ਚੜ੍ਹ ਨਹੀਂ ਅਜੇ ਜਿੱਤ ਤੇ ਥੋੜੀ ਜਿਹੀ ਪਹਿਲੀ ਪੌੜੀ ਤੇ ਪੈਰ ਹੀ ਟਿਕਿਆ ਅਜੇ ਬੜੀ ਮੰਜ਼ਿਲ ਬੜੀ ਦੂਰ ਹੈ ਉਹ ਸ਼ੁਰੂ ਤੋਂ ਸੀਗਾ ਇਹ ਦਿੱਕਤ ਹਾਂ ਨਹੀਂ ਜੀ ਇਹ ਜਦੋਂ ਅਸੀਂ ਪਾਰਾ ਇੱਥੇ ਆਏ ਨਾ ਛੱਡਣ ਨੇ ਅਥਰੂ ਗੈਸ ਗੂਜ ਜਾਏ ਉਦੋਂ ਬਾਅਦ ਅਥਰੂ ਗੈਸ ਦੇ ਪਤਾ ਨਹੀਂ ਧੂਮ ਪਿਆ ਜਾਂ ਕੀ ਪਿਆ ਹੈ ਉਹ ਉਦੋਂ ਹੀ ਸਾਡੇ ਮਤਲਬ ਅੱਖਾਂ 'ਚ ਹੋਇਆ ਕੀ ਉਸ ਟਾਈਮ ਦਾ ਕੀ ਮੰਜ਼ਰ ਸੀਗਾ ਜਦੋਂ ਕੀ ਤਸਵੀਰਾਂ ਉਸ ਟਾਈਮ ਤੇ ਤੁਸੀਂ ਦੇਖੀਆਂ ਜਦੋਂ ਆਂਸੂ ਗੈਸ ਦਾ ਗੋਲਾ ਤੁਹਾਡੇ ਵੱਜਿਆ ਤਾਂ ਉਦੋਂ ਕਿਦਾਂ ਦਾ ਤੁਹਾਨੂੰ ਮਹਿਸੂਸ ਕਿਦਾਂ ਦਾ ਕਰ ਰਹੇ ਸੀਗੇ ਤੁਸੀਂ ਕਿਉਂਕਿ ਹਲੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਵੀ ਆਂਸੂ ਗੈਸ ਦਾ ਜਦੋਂ ਗੋਲਾ ਪੈਂਦਾ ਤਾਂ ਅੱਖਾਂ 'ਚ ਉਦੋਂ ਹੁੰਦਾ ਕੀ ਹੈ ਬਸ ਉਦੋਂ ਤਾਂ ਇਦਾਂ ਕੀਤਾ ਕੋਈ ਨਹੀਂ ਸੀ ਵੀ ਚਲੋ ਧੂਮ ਹੈ ਤੇ ਪੈ ਗਿਆ ਤਾਂ ਪੈ ਗਿਆ ਚਲੋ ਕੋਈ ਨਹੀਂ ਆਪਾਂ ਅਗਾਂ ਵਧਣਾ ਹੀ ਹੈ ਬਸ ਵੇਖੋ ਵੇਖੇਗਾ ਵੱਧਦੇ ਗਏ ਆਪਾਂ ਆਪਣੀ ਮੰਜ਼ਿਲ ਤੇ ਆ ਟਿਕ ਗਏ ਤੇ ਹੁਣ ਚਲੋ ਸਾਲ ਹੋ ਗਿਆ ਪਰ ਕੀਤੀ ਸੀ ਪ੍ਰਮਾਤਮਾ ਗੁਰੂ ਨਾਨਕ ਨੇ ਸੁਣ ਲਈ ਗੁਰੂ ਨਾਨਕ ਨੇ ਸਾਨੂੰ ਦਿੱਤੀ ਸੀ ਜੈਦਾਦ ਤੇ ਗੁਰੂ ਨਾਨਕ ਨੇ ਸਾਨੂੰ ਆਪਣੇ ਪ੍ਰਕਾਸ਼ ਦਿਹਾੜੇ ਤੇ ਵਾਪਸ ਕਰ ਦਿੱਤੀ ਹੈ ਚਲੋ ਫਿਰ ਵੀ ਅਸੀਂ ਨਾ ਮੈਂ ਤੇ ਲੋਕਾਂ ਨੂੰ ਕੋਈ ਅਪੀਲ ਕਰਾਂਗਾ ਵੀ ਮੋਦੀ ਸਾਹਿਬ ਨੂੰ ਗਾਲੀ ਨਾ ਕੱਢਣ ਮਾੜਾ ਨਾ ਬੋਲਣ ਵੀ ਚਲੋ ਜਿੰਨਾ ਕੋ ਹੈ ਕੀਤਾ ਉਹਨਾਂ ਕੋ ਧੰਨਵਾਦ ਸਮਝੋ ਕਰੋ ਅੱਗੋਂ ਜੇ ਮੁੱਕਰੇਗਾ ਤੇ ਗਾਲੀ ਤਾਂ ਸਾਡੇ ਕੋਲ ਹੀ ਨੇ ਇਹ ਚੀਜ਼ਾਂ ਨੇ ਕਹਿੰਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜਦੋਂ ਇੱਥੇ ਪਹੁੰਚੇ ਸੀਗੇ ਤਾਂ ਉਦੋਂ ਅੱਖਾਂ ਦੀ ਰੋਸ਼ਨੀ ਗਈ ਸੀ ਤਾਂ ਪ੍ਰਕਾਸ਼ ਦਿਹਾੜੇ ਮੌਕੇ ਜਿੱਥੇ ਕਾਨੂੰਨ ਵਾਪਸ ਆਏ ਤਾਂ ਉਸੇ ਪ੍ਰਕਾਸ਼ ਦਿਹਾੜੇ ਮੌਕੇ ਅੱਖਾਂ ਦੀ ਰੋਸ਼ਨੀ ਵੀ ਵਾਪਸ ਆਊਗੀ ਸੋ ਇਹ ਚੀਜ਼ਾਂ ਨੇ ਕਹਿੰਦੇ ਹਲੇ ਵੀ ਗਾਲਾਂ ਨਾ ਕੱਢੋ ਕੋਈ ਗੱਲ ਨਹੀਂ ਧੰਨਵਾਦ ਕਰੋ ਪਰ ਜੇ ਨਹੀਂ ਮੰਨਣਗੇ ਕੋਈ ਗੱਲ ਨਹੀਂ ਇੱਥੇ ਹੀ ਆ ਹਲੇ ਕਿਤੇ ਗਏ ਬਾਪੂ ਜੀ ਤੁਹਾਡੇ ਕੀ ਅਸੀਂ ਫਤਿਹਗੜ੍ਹ ਸਾਹਿਬ ਤੇ ਹਾਂਜੀ ਅਸੀਂ ਵੀ ਸਾਲ ਤੇ ਬੈਠੇ ਹਾਂ ਉਰੇ ਆ ਜੰਨੇ ਆ ਮਹੀਨਾ ਲਾ ਕੇ ਫਿਰ ਚਲੇ ਜਾਂਦੇ ਆ ਵੀ ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਆਪਰੇਸ਼ਨ ਕਰਦੇ ਆ ਫਿਰ ਅਸੀਂ ਆਪਰੇਸ਼ਨ ਕਰਵਾ ਲਿਆ ਜੀ ਤੁਹਾਡੀ ਅੱਖ 'ਚ ਕੀ ਦਿੱਕਤ ਹੋਈ ਸੀ ਅੱਖ 'ਚ ਮੋਤੀਅਤ ਆ ਜੀ ਬਹੁਤ ਹਾਂਜੀ ਬਹੁਤ ਵਧੀਆ ਡਾਕਟਰ ਮਿਲੇ ਸਾਨੂੰ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਸਾਊ ਡਾਕਟਰ ਹੈ ਗਾਹਾਂ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਬਹੁਤ ਵਧੀਆ ਆਪਰੇਸ਼ਨ ਕਰੇ ਉਹਨਾਂ ਨੇ ਹੁਣ ਮੋਰਚੇ ਦੀ ਜਿੱਤ ਹੋ ਗਈ ਤੇ ਜਿੱਤ ਹੋ ਗਈ ਜੀ ਕੋਈ ਗੱਲ ਨਹੀਂ ਥੋੜਾ ਬਹੁਤਾ ਜਿਹੜਾ ਰਹਿੰਦਾ ਕਮੀਆਂ ਉਹ ਵੀ ਦੂਰ ਕਰਾਂਗੇ ਇੱਥੇ ਜਾਂਦੇ ਨਹੀਂ ਅਸੀਂ ਜੌਗਲ ਕਮੀਆਂ ਨਹੀਂ ਦੂਰ ਹੁੰਦੀਆਂ ਜੌਗਲ ਨਹੀਂ ਜਾਂਦੇ ਹੌਸਲੇ ਉਸੇ ਤਰੀਕੇ ਹਾਂਜੀ ਕਿਸਾਨ ਮੋਰਚੇ ਦਾ ਇਹ ਸਾਨੂੰ ਹੁਕਮ ਹੈ ਸਾਡਾ ਹੁਣ ਇਕੱਠ ਵਧਣ ਲੱਗ ਗਿਆ ਜੀ ਬਜਾਈ ਹੋ ਗਈ ਜੀ ਸਾਡੀ ਅਸੀਂ ਸਾਰੇ 22 ਬੰਦੇ ਇੱਕ ਟਰਾਲੀ 'ਚ ਹੋਵਾਂਗੇ ਹਾਂਜੀ ਤੇਰੀ ਖੁਸ਼ੀਆਂ ਦੇਖ ਸਕਦੇ ਹੋ ਤੁਸੀਂ ਕਿ ਖੁਸ਼ੀਆਂ ਵੀ ਨੇ ਕਿ ਉਮੀਦਾਂ ਵੀ ਹਾਂਜੀ ਜੇ ਸਾਡੀ ਨਾ ਥੋੜਾ ਜਿਹਾ ਹੌਸਲਾ ਜਿਹਾ ਜਿਹੜਾ ਉਦੋਂ 15,000 ਦਾ ਜੁਬਲਾ ਜਿਹਾ ਕਹਿ ਕੇ 15 ਲੱਖ ਪਾਵਾਂਗਾ ਉਹ ਸਾਡਾ ਵਿਸ਼ਵਾਸ ਉਦੋਂ ਟੁੱਟਾ ਹੈ ਵੀ ਇਹ ਫਿਰ ਬਾਅਦ ਵਿੱਚ ਕਹਿੰਦੇ ਜੁਬਲਾ ਹੈ ਇਸ ਲਈ ਉਹਨੇ ਲਿਖਤੀ ਰੂਪ ਤੇ ਸਾਰਾ ਕੁਝ ਕਰਨਾ ਹੈ ਸੰਸਦ 'ਚ ਲਿਖਤੀ ਰੂਪ ਤੇ ਲੈਣਾ ਹੈ ਤੇ ਰਾਸ਼ਟਰਪਤੀ ਕੋਲ ਹੀ ਲਿਖਵਾਉਣਾ ਹੈ ਫਿਰ ਸਾਨੂੰ ਵਿਸ਼ਵਾਸ ਹੋਵੇਗਾ ਨਹੀਂ ਤਾਂ ਸਾਨੂੰ ਇਹਦੀ ਜ਼ਬਾਨ ਤੇ ਅਜੇ ਵਿਸ਼ਵਾਸ ਨਹੀਂ ਆਉਂਦਿਆ ਕਿਉਂ ਅੱਗੇ ਕਈ ਵਾਰੀ ਨਾ ਸਾਡੇ ਨਾਲ ਜੁਮਲਾਬਾਜ਼ੀ ਕੀਤੀ ਹੈ ਤਾਂ ਵੋਟਾਂ ਲੈ ਕੇ ਤੇ ਬਾਅਦ 'ਚ ਕਹਿ ਦੇਣੇ ਇਹ ਤਾਂ ਜੁਮਲਾ ਹੈ ਇਸੇ ਕਰਕੇ ਹੈ ਕਿ ਪਹਿਲਾਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਤਾਂ ਹੁਣ ਅੱਜ ਵੀ ਇਹੋ ਗੱਲ ਕਹਿੰਦੇ ਨੇ ਵੀ ਜਦੋਂ 15 ਲੱਖ ਦੀਆਂ ਅਕਾਊਂਟਾਂ ਦੇ ਵਿੱਚ ਆਏ ਤਾਂ ਹੁਣ ਵੀ ਐਲਾਨ ਕਰਕੇ ਮੁੱਕਰ ਸਕਦੇ ਨੇ ਇਸੇ ਕਰਕੇ ਕਹਿੰਦੇ ਇੱਥੇ ਬੈਠੇ ਹਾਲੇ ਕੋਈ ਸ਼ਾਂਤੀ ਨਹੀਂ ਮਤਲਬ ਸ਼ਾਂਤੀ ਹੈ ਹਿੱਲ-ਜੁਲ ਕੋਈ ਨਹੀਂ ਹੈਗੀ ਜੇ ਅੰਦੋਲਨ ਦੀ ਗੱਲ ਕਰੀਏ ਤਾਂ ਕੋਈ ਕਿਸੇ ਨੇ ਟੈਂਟ ਨਹੀਂ ਹਾਲੇ ਪੱਟਿਆ ਹੈਗਾ ਕਿਸੇ ਨੇ ਕੋਈ ਤਰਪਾਲ ਨਹੀਂ ਹਲਾਈ ਹੈਗੀ ਕਿਸੇ ਨੇ ਕੋਈ ਉਹਨਾਂ ਤੋਂ ਮਿੱਟੀ ਨਹੀਂ ਝਾੜੀ ਹੈਗੀ ਸੋ ਉਹ ਚੀਜ਼ਾਂ ਨੇ ਤੇ ਜਿੱਥੇ ਉਹੀ ਗੱਲ ਕਰ ਰਹੇ ਵੀ ਜਿੱਥੇ ਸਰਕਾਰ ਦੀਆਂ ਅੱਖਾਂ ਖੋਲੀਆਂ ਨੇ ਸੋ ਉੱਥੇ ਅੱਖਾਂ ਦੇ ਇਲਾਜ ਵੀ ਇੱਥੇ ਕੀਤੇ ਜਾ ਰਹੇ ਨੇ ਬਾਪੂ ਜੀ ਤੁਸੀਂ ਕਿੱਥੋਂ ਦੀ ਅੰਬਾਲੇ ਤੋਂ ਅੰਬਾਲੇ ਤੋਂ ਤੁਸੀਂ ਵੀ ਅੰਦੋਲਨ 'ਚ ਆਏ ਜੀ ਤੇ ਕੀ ਹੋਇਆ ਸੀ ਅੱਖ ਨੂੰ ਮੋਤੀ ਆ ਗਿਆ ਸੀਗਾ
ਤਾਂ ਇਲਾਜ ਕਰਾਇਆ ਇੱਥੇ ਲੈਂਸ ਫਿਰ ਕਿਵੇਂ ਪਤਾ ਲੱਗਿਆ ਇੱਥੇ ਬਾਰੇ? ਇੱਥੇ ਆਪਣੇ ਪਿੰਡ ਦੇ ਆਂਦੇ ਸੀ ਨਾ ਅੰਦੋਲਨ ਦੇ ਵਿੱਚ, ਉਹਨਾਂ ਨੇ ਦੱਸਿਆ ਜੀ। ਅੱਛਾ ਜੀ, ਉਹਨਾਂ ਨੇ ਦੱਸਿਆ ਤੇ ਇੱਥੇ ਬਾਪੂ ਜੀ ਆਏ ਤੇ ਕਿਵੇਂ, ਕੀ ਕਹੋਗੇ ਵੀ ਕੀ ਕਿੱਦਾਂ ਸੇਵਾ ਕਰ ਰਹੇ ਨੇ ਇੱਥੇ? ਇੱਥੇ ਆਪਣੀ 8 ਦਿਨ ਦੀ ਸੇਵਾ ਹੁੰਦੀ ਜੀ। ਆਪਾਂ ਇੱਥੇ ਪੜੇ ਆ, ਵਿਹਲੇ ਬੈਠੇ, ਹੋਰ ਕੀ ਕਰਨਾ। ਤੇ ਜਿੱਤ ਹੁਣ ਹੋ ਗਈ ਤੇ ਹੁਣ ਉਹਦੀ ਖੁਸ਼ੀ ਮਨਾਈ ਸੀ ਫਿਰ? ਖੁਸ਼ੀ ਤੇ ਮਨਾਈ ਜਾਏਗੀ ਜਦ ਲਿਖਤ ਵਿੱਚ ਆਊਗਾ। ਲਿਖਤ ਦੇ ਵਿੱਚ ਕੁਛ ਆਇਆ ਤਾਂ ਹੈ ਨਹੀਂ ਹਾਲੇ ਤਾਂ, ਵੈਸੇ ਉਸ ਤਰ੍ਹਾਂ ਕਹਿ ਦਿਆ, ਮੂੰਹ ਜ਼ਬਾਨੀ ਕਿਹਾ ਹਾਲੀ ਜਿੱਤ ਤਾਂ ਉਦੋਂ ਹੋਊਗੀ ਜਦ ਲਿਖ ਕੇ ਦਊਗਾ ਉਹ। ਜਦੋਂ ਐਲਾਨ ਇਧਰੋਂ ਦੀ ਹੋਊਗਾ ਵੀ ਹੁਣ ਘਰਾਂ ਨੂੰ ਵਾਪਸ ਜਾਣਾ, ਫੇਰ ਹੀ ਤੁਸੀਂ ਤਰਪਾਲ ਝਾੜੋਗੇ? ਹਾਂ ਐਂ ਨੀ ਝਾੜਦੇ ਜੀ ਨਾ। ਤੇ ਟਰਾਲੀਆਂ ਨੂੰ ਕੁੰਡੀਆਂ ਵੀ ਨਹੀਂ ਹਾਲੇ ਤੱਕ ਪਾਈਆਂ ਹੈਗੀਆਂ, ਕਹਿੰਦੇ ਨਾ ਹਾਲੇ ਨਹੀਂ ਪਾਉਣੀਆਂ ਹੈਗੀਆਂ, ਜਦੋਂ ਇਧਰੋਂ ਦੀ ਐਲਾਨ ਹੋ ਜਾਊਗਾ ਉਦੋਂ ਹੀ ਅਸੀਂ ਜਾਵਾਂਗੇ। ਆਪਕੋ ਕੀ ਹੁਆ ਥਾ ਜੀ? ऑपरेशन हुआ था, आंखों में मोतियाबिंद थी। हाँ, कितने समय से? काल तो ऑपरेशन हुआ। हाँ, वो मोतियाबिंद ज़्यादा दिन से था। हाँ, तो काल ऑपरेशन कराए। हाँ हाँ, अभी तो आ रहा हूँ। हाँ, यहाँ के बारे में कोई हमसे बताया था, ये बैंक पर एक गार्ड रहता है ना, सिक्योरिटी वाला, वही बताया था। हाँ, तो वही आए अपने पर। हाँ, रहने वाले तो मैं गोरखपुर का हूँ। हाँ, यहाँ मनिहारी पियाऊ में किराए पर रहता हूँ। हाँ, फैक्ट्री में नौकरी करता हूँ। ਫੈਕਟਰੀ 'ਚ ਨੌਕਰੀ ਕਰਦੇ ਨੇ ਤੇ ਇੱਥੇ ਪਹੁੰਚੇ ਨੇ ਕਿਉਂਕਿ ਪਤਾ ਇਹਨਾਂ ਨੂੰ ਲੱਗਿਆ ਇੱਧਰ ਡੈਂਟਿਸਟ ਵੀ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। नमस्कार। सत श्रीकाल जी, मैं डॉक्टर प्रेमपाल ढिल्लों, मैं पटियाला से हूँ। और ये जो कैंप लगाए हैं सद्भावना कमेटी डॉक्टर बलबीर सिंह की अगुवाई में बनाई गई है, यहाँ पर इनके अतिरिक्त इनके अधीन ही हम लोग काम कर रहे हैं। यहाँ पर इन्होंने स्टार्ट किया काम कि अलग अलग मेडिकल फैसिलिटीज़ जो है वो आके, अलग अलग डॉक्टर्स जो आके उन्होंने आके यहाँ पर काम करना शुरू किया। तो मैं डेंटल सर्जन हूँ, हम बाहर डॉक्टर सन्नी आलूवालिया की जो चंडीगढ़ से है उनकी वैन लगी हुई है, तो उसमें आके हम लोग जो भी दांतों का जो भी जितना भी कर सकते हैं, क्योंकि सारा इंफ्रास्ट्रक्चर तो यहाँ पर लाया नहीं जा सकता, पूरी फैसिलिटीज़ दी नहीं जा सकती, तो जितना भी है वो काम करने की कोशिश कर रहे हैं। और इसको जो मोर्चे का जो असली जो उद्देश्य है जो उसको करने का है, जो किसानों के साथ धक्का हुआ है, मतलब 1 साल से जो हो रहा है कि 3 काले कानून जो गवर्नमेंट ने पास किए थे उनके खिलाफ, तो उनके खिलाफ इनका चल रहा है। और हम लोग अपनी तरफ से जो हमारे फील्ड के तहत बनता है, हम लोग अपनी तरफ से इसको डालने की कोशिश कर रहे हैं कि हम लोग अपनी तरफ से जो भी इसको कर सके हम लोग कोशिश कर रहे हैं। तो यहाँ पर अगर ये जो सद्भावना कमेटी बनाई गई है डॉक्टर बलबीर सिंह की अगुवाई में, इस कमेटी का जो इसको एक और एंगल दे रही है और इसका एक और अंग बन के इसके साथ इसको मोर्चे को और अच्छे से मतलब करने की कोशिश करें, ताकि लोगों को जो इन्होंने जो काम किए हैं अब तक, उनमें से जैसे आंखों के तो डॉक्टर हैं ही, जो आंखों के ऑपरेशंस वगैरह कर रहे हैं, लोगों को ऐनक वगैरह प्रोवाइड कर रहे हैं। और उसके दौरान जो कोरोना के टाइम पे इन्होंने जो लोगों को ऑक्सीजन सिलेंडर वगैरह मुहैया करे, वो लंगर लगाए गए हैं, वो सब काम किए गए। ये सब काम जो सिर्फ यहाँ के किसान जो हैं उनके लिए नहीं है, जो आसपास के गांव के लोग हैं उनको भी सबको प्रोवाइड किया। उससे मतलब एक तरीके से पूरी कम्युनिटी में एक भाईचारा, एक उस सद्भावना का जो माहौल बनाने की है, वो उसमें ये जो डॉक्टर बलबीर सिंह की जो कमेटी बनी हुई है, इसने बहुत अच्छे से काम किया है। तो इससे लोगों को और अच्छा लग रहा है कि ये सिर्फ ये नहीं है कि सिर्फ खाली खेती के लिए उसका भी अलग अलग एंगल के लोग भी इसके साथ जुड़ रहे हैं। तो इसमें क्या करते हैं, ये जैसे आंखों के डॉक्टर साहब तो जो काम कर रहे हैं बहुत ज़्यादा कर ही रहे हैं, तो उसके साथ जैसे दूसरे फील्ड के डॉक्टर हैं, जैसे कार्डियोलॉजिस्ट आ गए, तो अपने हार्ट की चेकअप, शुगर वाला वो डॉक्टर्स हैं, जो फिजिशियंस हैं वो शुगर वाला काम कर रहे हैं, ऑर्थोपेडिक्स के भी अलग अलग टाइम पे आ रहे हैं, जो दूसरे हर तरह के डॉक्टर्स आ रहे हैं, गायनी के भी डॉक्टर आ चुके हैं। तो ये अलग अलग तरीके से कोशिश कर रहे हैं। तो हमारा पर्पस जो है कि इस जो पूरा आंदोलन है उसको और लोगों तक लेके जाया जाए, और उसकी जो असली सच्चाई है कि हम लोगों के लिए काम कर रहे हैं, पूरी मतलब क्या लेके पूरी कम्युनिटी के लिए, पूरे देश के लिए। जो किसान कम्युनिटी है वो भारत ऐसा कंट्री है जो किसानी पे डिपेंडेंट है। हमारे यहाँ कोई बहुत ज़्यादा बड़ी कोई प्रोडक्शन नहीं, कोई बहुत ज़्यादा बड़ी इंडस्ट्री नहीं, कोई ऐसा कुछ नहीं है। तो भारत को जो है जो मेन है जो वो खेती है, 70% आप खेती का लगा लो, एग्रीकल्चर का लगा लो, और बाकी फील्ड जो 30% आते हैं। तो हमारी जो GDP कह लो या हमारी जो इकोनॉमी है वो कम्प्लीटली एग्रीकल्चर बेस्ड है। तो लेकिन एग्रीकल्चर की इकोनॉमी और एग्रीकल्चर का सारा बेस्ड होने की वजह से जो पॉलिटिकल पार्टीज़ हैं उनके अपने एजेंडे हैं, कि
उनको सत्ता में रहना है, उनको पावर में रहना है, तो वो क्या करते हैं, उनको उनके फंड्स की ज़रूरत है, तो वो फंड्स कौन मुहैया करवाएंगे? फंड्स आम लोगों के लिए अगर काम करोगे तो आम लोग प्रोवाइड करेंगे, अगर आपको जो बड़े फंड्स प्रोवाइड करेंगे वो कॉरपोरेट्स प्रोवाइड करेंगे। तो वो कॉरपोरेट्स की फंडिंग के लिए, जो मैसिव फंडिंग होती है, उसके लिए ये लोग कॉरपोरेट्स के जो हक में कानून है वो पास करते हैं। जैसे ये कानून पास किए हैं, तीनों कानून पास किए हैं, इनका मकसद है, एक चीज़ थी हमारे पास, एक FCI थी हमारे देश में, फूड कॉरपोरेशन ऑफ इंडिया, जो रिस्पॉन्सिबल है कि हमारा जो अनाज होगा, कनक, धान और गेहूं है, उसको परचेजिंग के लिए, तो वो भी करीब करीब 2-3 स्टेट में ही एप्लीकेबल। उनकी नज़र इस पे भी थी कि जो बाकी के काम तो वो कर ले चुके हैं, देश को लूट चुके हैं कॉरपोरेट्स, अब ये खेती का जो अनाज वाला काम है उसको भी ये अपने कंट्रोल में लें और उससे भी कमाई करें। मतलब ये लोग बहुत आगे तक जाते हैं। तो गवर्नमेंट जो है हैंड इन ग्लव इनके साथ होती है कि हम लोग इनके साथ मिलके देश को, इनको लुटवाएंगे और हम अपनी सत्ता को एंजॉय करेंगे, हम उसमें उसको खुश रहेंगे। लेकिन ये थोड़ा भूल गए इस बात को कि जो किसानी है वो बहुत बड़ा वर्ग है, और उसको अगर हम लोग उसके साथ धक्का करेंगे, बाकी वर्गों के साथ कर लिया, जो यूनाइट नहीं हो पाए, वो फाइट नहीं कर पाए, वो पीछे हट गए। लेकिन जो किसानी है वो बहुत बड़ा वर्ग है। इसके साथ ये थोड़ी गलत फहमी में थे कि इनको हम लोग दबा लेंगे, क्रश कर लेंगे, लेकिन अब धीरे धीरे, क्योंकि जो सच्चाई है, जो दिल से बात आती है, तो उसके लिए वो फाइट कर रहे हैं। तो पता चला, लेकिन क्योंकि प्रधानमंत्री नरेंद्र मोदी ने आके ऐलान कर दिया कि कानून वापस होंगे, तो जीत, क्योंकि किसानों की एक ऐलान हो चुका है, पड़ाव एक आगे बढ़ चुका है जीत की तरफ, सिर्फ एक रिटर्न में जो चाहिए बस वो लेना बाकी। एक होता है कि ये पता क्या था, ये एक डाका लग रहा था हम लोगों को, ये एक डकैती हो रही थी बहुत बड़ी, वो डकैती टली है। जो किसानों की समस्याएं हैं वो वहीं की वहीं है, उनकी तरफ तो बात हुई नहीं अभी तक। किसानों की समस्याएं थी कि MSP आप दो और हमारी गारंटीड प्रोक्योरमेंट करो, उसकी तो की नहीं बात। और हमें सिर्फ 2 फसलों पे MSP नहीं चाहिए, हमें 23 की 23 फसलों पे MSP चाहिए, क्योंकि अगर डाइवर्सिफिकेशन नहीं होगी तो जो एक्सप्लॉयटेशन हो रही है, लैंड की हो रही है, जो खित्ते की हो रही है, जमीन की हो रही है, पानी की हो रही है, हवा की हो रही है, जो एक्सप्लॉयटेशन होती है, अगर डाइवर्सिफिकेशन नहीं होगी तो एक इकोलॉजिकल बैलेंस नहीं बनेगा। तो उससे क्या है कि धान और जो गेहूं है उसकी MSP, सिर्फ यही हमारी जीविका है, अगर ये भी जाने लगी तो फिर दिक्कत हो जाएगी। लेकिन 23 की 23 फसलों पे MSP और गारंटीड प्रोक्योरमेंट, इसके अलावा इस देश का कुछ नहीं हो सकता। अगर कोई गवर्नमेंट इसको नहीं मानती है तो फिर कोई, मतलब इनका जो बिल वापस किए, ये कोई इन्होंने ऐसा कुछ नहीं दिया, ये तो डाका मार रहे थे, कह रहे कि अब हम नहीं मार रहे हैं। तो अब इस बात पर कि ये माने क्यों हैं, इनको कोई बहुत बड़ा सदमा, बहुत बड़ी चोट पहुंचाई है किसानों ने, और इनके ही हथियारों से चोट, इससे ये सत्ता में पहुंचते हैं, उन्हीं हथियारों से इनको चोट पहुंचाई है। ये राजनीति में आते हैं लोगों को बेवकूफ बनाने में, किसानों ने इनकी बेवकूफियों को एक्सपोज करके और इनके खिलाफ यही कुछ किया है। तो यही इसी की चोट है। और ये आप लोग मान के चलिए कि ये कानून ये इतनी आसानी से वापस करने वाले या ऐलान करने वाले नहीं थे। इनको कम से कम बहुत बड़ा अंदाजा हुआ है कि हमारे लिए दवाई इनको बंगाल में दी गई, दवाई इनको यूपी में दी गई, यहाँ पर दी गई। अब इनको पता है कि यूपी वाला टीका भी, अगर वो टीका लग गया तो फिर इनका खत्म होना तय था, इनकी बीमारी पूरी तरह से खत्म हो जाती। तो यूपी वाले टीके से पहले ये मान गए। अब बात ये है कि ये झूठे हैं, ये लोग भरोसे के लायक नहीं है, क्योंकि जो बंदा बहुत ज्यादा झूठ बोले तो उस पर भरोसा नहीं किया जा सकता। और ये पूरी दुनिया में प्रमाण हो चुका है कि नरेंद्र मोदी जी बहुत ज्यादा झूठ बोलते हैं, और कई बार तो इतना झूठ बोलते हैं कि 200-200 साल का डिफरेंस भी डाल देते हैं झूठ बोलने में। तो ऐसे बंदे पे कौन भरोसा कर सकता है पूरे देश में? अगर उस पर भरोसा नहीं कर सकते पूरे देश में तो हम कैसे मान लें कि वो मान लेंगे? लेकिन अब तो क्योंकि बोल चुके हैं प्रधानमंत्री, औहदे की गरिमा भी रखनी पड़ेगी उसको, तो उसको बोल दिया उन्होंने, तो अब ये तो करना ही पड़ेगा। पर ये किया क्यों, ये देखने की बात है कि अंदर से कोई बहुत गहरी चोट, अंदर से कोई बहुत गहरा डर है इनको, जिसकी वजह से कर रहे हैं। और डर है वो जो सच्चाई का है कि ये उठे हैं, बाकी लोग ना उठ जाएं और बड़ा कुछ ना हो जाए, तो इसकी वजह से ये लोग इस बात को माने हैं। अब ये तो पार्लियामेंट में इनको वापस लेना है, उसी के बाद ही किसान सही मायनों में खुशी मना सकते कि हो चुका है। तो उसके बाद अगली बात होगी जी गारंटीड प्रोक्योरमेंट ऑन MSP ऑन ऑल 23 क्रॉप्स, फिर ये देश सुधरेगा जी। ਸੋ ਡੈਂਟਿਸਟ ਨੇ ਚੀਜ਼ਾਂ ਜਿਹੜੀਆਂ ਨੇ ਉਹ ਦੱਸਦੀਆਂ ਨੇ, ਕਹਿੰਦੇ ਦਵਾਈ ਜਿਹੜੀ ਹੈਗੀ ਉਹ ਚੰਗੇ ਤਰੀਕੇ ਦੇ ਨਾਲ ਕਿਸਾਨਾਂ ਨੇ ਦਿੱਤੀ ਸੀ, ਪਹਿਲਾਂ ਬੰਗਾਲ 'ਚ ਦਿੱਤੀ, ਉਸ ਤੋਂ ਬਾਅਦ
ਮੁੜ ਤੋਂ ਦਿੱਤੀ, ਪਰ ਹੁਣ ਯੂਪੀ ਵਾਲਾ ਟੀਕਾ ਕਹਿੰਦੇ ਪਤਾ ਸੀਗਾ ਵੀ ਤਿਆਰ ਹੈ, ਕਿਤੇ ਯੂਪੀ ਵਾਲਾ ਟੀਕਾ ਨਾ ਲੱਗ ਜਾਵੇ ਉਸ ਤੋਂ ਬਾਅਦ ਬਿਮਾਰੀ ਜੜ ਤੋਂ ਮਿਟ ਜੂਗੀ। ਸੋ ਇਸੇ ਕਰਕੇ ਕਹਿੰਦੇ ਯੂਪੀ ਵਾਲਾ ਟੀਕਾ ਨਾ ਲੱਗੇ, ਉਹ ਤੋਂ ਬਚਾਅ ਜਿਹੜਾ ਆਪਣਾ ਸਰਕਾਰ ਨੇ ਕਰ ਲਿਆ। ਪਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਕਿਸਾਨਾਂ ਨੇ ਸਰਕਾਰ ਦੀਆਂ ਅੱਖਾਂ ਤਾਂ ਖੋਲੀਆਂ, ਅੱਖਾਂ ਖੁੱਲੀਆਂ ਜਾਂ ਯੂਪੀ ਵਾਲੇ ਟੀਕੇ ਤੋਂ ਬਚ ਕੇ ਅੱਖਾਂ ਖੁੱਲੀਆਂ ਉਹ ਤਾਂ ਨਹੀਂ ਪਤਾ, ਪਰ ਇੱਧਰ ਕਿਸਾਨਾਂ ਨੇ ਇਹ ਜਿਹੜੀ ਚੀਜ਼ ਹੈ ਉਹ ਇੱਧਰ ਵੀ ਸ਼ੁਰੂ ਕੀਤੀ, ਕਿਉਂਕਿ ਇੱਕ ਭਾਈਚਾਰਕ ਸਾਂਝ ਜਿਹੜੀ ਆ ਉਹ ਜਿਹੜੇ ਲੋਕਲ ਲੋਕ ਨੇ, ਕਿਉਂਕਿ ਇਹ ਗੱਲਾਂ ਬਾਰ-ਬਾਰ ਹੁੰਦੀਆਂ ਸੀਗੀਆਂ ਕਿ ਲੋਕਲ ਲੋਕ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਨਹੀਂ ਹੈਗੇ, ਕਿਸਾਨਾਂ ਦਾ ਸਮਰਥਨ ਨਹੀਂ ਕਰਦੇ, ਉਹਨਾਂ ਤੋਂ ਤੰਗ ਨੇ ਅੰਦੋਲਨ ਤੋਂ। ਤਾਂ ਇੱਥੇ ਲੋਕਲ ਜਿਹੜੇ ਲੋਕ ਸੀਗੇ, ਲੋਕਲ ਜਿਹੜੇ ਇੱਥੇ ਰਿਹਾਇਸ਼ ਰਹਿ ਰਹੇ ਸੀਗੇ, ਸੋ ਉਹਨਾਂ ਵਾਸਤੇ ਵੀ ਇੱਥੇ ਜਿਹੜਾ ਕੈਂਪ ਲਗਾਇਆ ਜਾ ਰਿਹਾ, ਚਾਹੇ ਉਹ ਅੱਖਾਂ ਦੇ ਲਈ ਇਲਾਜ ਹੋਵੇ, ਚਾਹੇ ਡੈਂਟਲ ਵਾਸਤੇ ਹੋਵੇ, ਸ਼ੂਗਰ ਵਾਸਤੇ ਹੋਵੇ, ਚਾਹੇ ਕਿਸੇ ਵੀ ਬਿਮਾਰੀ ਵਾਸਤੇ ਹੋਵੇ। ਸੋ ਇੱਥੇ ਇਲਾਜ ਜਿਹੜਾ ਉਹਨਾਂ ਦਾ ਕੀਤਾ ਜਾਂਦਾ। ਇੱਧਰ ਬੀਬੀਆਂ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕਹੋਗੇ ਜੀ, ਕਿਉਂਕਿ ਜਿਹੜੇ ਕਾਨੂੰਨ ਤਾਂ ਵਾਪਸ ਹੋ ਗਏ, ਪਰ ਜਿਹੜੇ ਇਹ ਕੈਂਪ ਲੱਗਦੇ ਸੀਗੇ ਜਾਂ ਜਿਹੜੇ ਲੋਕਲ ਲੋਕ ਇੱਥੇ ਆਉਂਦੇ ਸੀਗੇ, ਹੁਣ ਜਦੋਂ ਕਿਸਾਨ ਇਧਰੋਂ ਦੀ ਜਾਣਗੇ ਉਹ ਸਾਰੀਆਂ ਚੀਜ਼ਾਂ ਵੀ ਕਿਉਂਕਿ ਖਤਮ ਹੋ ਹਾਂਜੀ ਹਾਂਜੀ, ਇਹ ਬਹੁਤ ਵਧੀਆ ਉਪਰਾਲਾ ਡਾਕਟਰ ਸਾਹਿਬ ਦਾ। ਤੇ ਬਾਕੀ ਤੁਸੀਂ ਪੁੱਛਿਆ ਵੀ ਕਾਨੂੰਨ ਰੱਦ ਹੋ ਗਏ, ਉਹ ਤਾਂ ਸਿਰਫ ਉਹਨਾਂ ਨੇ ਹਜੇ ਬੋਲੇ ਹੀ, ਅਸੀਂ ਯਕੀਨ ਨਹੀਂ ਕਰ ਸਕਦੇ। ਉਹ ਤਾਂ ਪਹਿਲਾਂ ਕਹਿੰਦੇ ਸੀ 15-15 ਲੱਖ ਆਉਣਗੇ ਅਕਾਊਂਟ 'ਚ, ਉਹ ਨਹੀਂ ਆਏ। ਸਾਨੂੰ ਭਰੋਸਾ ਨਹੀਂ ਹੈਗਾ। ਸਾਨੂੰ ਮਤਲਬ ਕਿ ਜਦੋਂ ਦਾ ਅਸੀਂ ਕੱਲ ਦਾ ਦੇਖਿਆ ਹੈਗਾ ਵੀ ਉਹਨਾਂ ਨੇ ਸਾਰਾ ਦਿਨ ਅਸੀਂ ਟੀਵੀ 'ਚ ਦੇਖਦੇ ਨੇ, ਸਾਨੂੰ ਬਿਲਕੁਲ ਵੀ ਖੁਸ਼ੀ ਨਹੀਂ ਹੋਈ, ਕਿਉਂਕਿ ਸਾਨੂੰ ਉਹਤੇ ਯਕੀਨ ਹੀ ਨਹੀਂ ਹੈਗਾ। ਉਹ ਤਾਂ ਹੁਣ ਪਾਰਲੀਮੈਂਟ ਦੇ ਵਿੱਚ ਜਦੋਂ ਬੋਲ ਕੇ ਦੱਸਣਗੇ ਉਦੋਂ ਸਾਨੂੰ ਖੁਸ਼ੀ ਹੋਏਗੀ। ਤੇ ਉਸ ਤੋਂ ਬਾਅਦ ਫਿਰ ਦੀਵਾਲੀਆਂ ਅਸੀਂ ਨਹੀਂ ਮਨਾਈਆਂ, ਉਸ ਦਿਨ ਹੀ ਦੀਵਾਲੀਆਂ ਮਨਾਵਾਂਗੇ। ਤੇ ਬਾਕੀ ਜਿਵੇਂ ਹੋਰ ਵੀ MSP ਦੀ ਜਿਵੇਂ ਗਾਰੰਟੀ ਹੋ ਗਈ, ਹੋਰ ਵੀ ਜਿਵੇਂ ਸ਼ਹੀਦ ਹੋਏ ਆ ਪਰਿਵਾਰ, ਤੇ ਉਹਨਾਂ ਨੂੰ ਵੀ ਮੁਆਵਜ਼ਾ ਵਗੈਰਾ ਮਿਲੇ। ਹੋਰ ਬਹੁਤ ਸਾਰੇ ਕੰਮ ਪੈਂਡਿੰਗ ਪਏ ਹੈ ਜੀ ਹਜੇ। ਇਸੇ ਕਰਕੇ ਹਾਲੇ ਤੱਕ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਵੀ ਕਿਸੇ ਟਰਾਲੀ ਤੋਂ ਤਰਪਾਲ ਜਿਹੜੀ ਆ ਉਹ ਨਹੀਂ ਹਟਾਈ, ਜਿਹੜੇ ਪੱਕੇ ਘਰ ਬਣੇ ਸੀ ਉਹ ਉਦਾਂ ਦੇ ਉਦਾਂ ਪਏ ਨੇ, ਕੋਈ ਹਿਲਜੁਲ ਇੱਥੇ ਜ਼ਿਆਦਾ ਨਹੀਂ। ਅਸੀਂ ਕੱਲ ਆ ਰਹੇ ਸੀਗੇ ਦੁਬਾਰਾ, ਅਸੀਂ 6ਵੀਂ ਵਾਰ ਆਏ ਆ। ਅਸੀਂ ਦਸੰਬਰ ਤੋਂ ਪਿਛਲੇ ਤੋਂ ਜਿਵੇਂ ਪਹਿਲੀ ਵਾਰ ਆਏ ਸੀਗੇ ਤੇ 6ਵੀਂ ਵਾਰ ਆਏ। ਕੱਲ ਸਾਨੂੰ ਰਸਤੇ ਦੇ ਵਿੱਚ ਬੜਾ ਲੋਕਾਂ ਨੇ ਕਿਹਾ, ਜਦੋਂ ਪੁੱਛਦੇ ਕਿੱਥੇ ਜਾਣਾ, ਅਸੀਂ ਕਿਹਾ ਧਰਨੇ ਤੇ, ਜਦੋਂ ਬੱਸਾਂ ਰਾਹੀਂ ਆਏ। ਹੁਣ ਤਾਂ ਕਹਿੰਦੇ ਤੁਸੀਂ ਕੀ ਲੈਣ ਜਾਣਾ, ਕਾਨੂੰਨ ਤਾਂ ਰੱਦ ਹੋ ਗਏ। ਮੈਂ ਕਿਹਾ ਏਦਾਂ ਨਹੀਂ, ਰੱਦ ਨਹੀਂ ਹੋਏ ਕਾਨੂੰਨ, ਹਜੇ ਕਰਵਾਉਣੇ ਆ। ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ। ਲੋਕੀ ਕਹਿੰਦੇ ਐਲਾਨ ਕਰਤਾ ਵੀ ਕਾਨੂੰਨ ਵਾਪਸ ਹੋ ਗਏ, ਪਰ ਜਾ ਕਿਉਂ ਨਹੀਂ ਰਹੇ ਕਿਸਾਨ, ਇਹ ਜ਼ਰੂਰ ਦਿੱਕਤ ਸੀਗੀ। ਤੁਸੀਂ ਕੀ ਕਹੋਗੇ? ਹਾਂਜੀ, ਬਸ ਅਸੀਂ ਵੀ ਇਹੀ ਕਹਿ ਰਹੇ ਹਾਂ, ਹਜੇ ਨਹੀਂ ਅਸੀਂ ਜਾਵਾਂਗੇ ਜਿੰਦਰ ਸਾਨੂੰ ਲਿਖਤੀ ਰੂਪ ਵਿੱਚ ਨਹੀਂ ਮਿਲਦੇ ਹੈਗੇ, ਕਾਨੂੰਨ ਰੱਦ ਨਹੀਂ ਹੋਣਦੇ। ਅਸੀਂ ਤਾਂ ਬੋਲਿਆ ਹੀ ਆ, ਉਹਨਾਂ ਨੇ ਕਹਿਣੀ ਔਰ ਕਰਨੀ 'ਚ ਬਹੁਤ ਫਰਕ ਹੈ। ਹਾਂਜੀ, ਤੁਹਾਡੇ ਕੋਲ ਵੀ ਪਰਚੀ ਹੈਗੀ, ਤੁਸੀਂ ਇੱਥੇ ਹਾਂਜੀ, ਅਸੀਂ ਵੀ 26 ਸਾਡੇ ਵੀ ਆਸੂ ਗੈਸ ਪੈ ਗਏ ਸੀ ਗੋਲੇ 26 ਜਨਵਰੀ ਨੂੰ। ਕਾਫੀ ਉਹਦਾ ਦੀ ਪ੍ਰੋਬਲਮ ਕਾਫੀ ਆ ਰਹੀ, ਗਲੇ 'ਚ ਵੀ ਆ ਰਹੀ, ਅੱਖਾਂ 'ਚ ਵੀ ਆ ਰਹੀ, ਉਸ ਕਰਕੇ ਫਿਰ ਅਸੀਂ ਆਏ ਹੋਏ ਹਾਂ ਇੱਥੇ। ਉਸ ਟਾਈਮ ਤੇ ਮਹਿਸੂਸ ਕੀ ਹੁੰਦਾ, ਮੈਂ ਉਹੀ ਸਮਝਣਾ ਚਾਹ ਰਹੀ ਹਾਂ, ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਨੇ ਵੀ ਆਸੂ ਗੈਸ ਦੇ ਗੋਲੇ ਭਿੜਤ ਹੁੰਦੀ ਹੈ ਪੁਲਿਸ ਦੇ ਨਾਲ, ਤੇ ਆਸੂ ਗੈਸ ਦੇ ਗੋਲੇ ਮਾਰੇ ਜਾਂਦੇ ਨੇ ਤੇ ਉਹ ਠੀਕ ਹੋ ਜਾਂਦੇ ਹੋਣਗੇ ਥੋੜੀ ਦੇਰ ਬਾਅਦ, ਲੋਕਾਂ ਨੂੰ ਲੱਗਦਾ। ਪਰ ਕੀ ਜਲਨ ਬਹੁਤ ਹੁੰਦੀ ਹੈ। ਹਾਂਜੀ, ਸ਼ੂਗਰ ਦੇ ਮੈਂ ਪੇਸ਼ੈਂਟ ਆ, ਕਾਫੀ ਜਲਨ ਹੋ ਰਹੀ ਹੈ। ਜਿਸ ਤਰ੍ਹਾਂ ਲਗਾਤਾਰ ਮੈਂ 5 ਮਿੰਟ ਬੋਲਾ, ਮੇਰੀ ਆਵਾਜ਼ ਬੈਠਣ ਲੱਗ ਗਈ। ਹਾਂਜੀ, ਕਾਫੀ 26 ਨੂੰ ਅਸੀਂ ਗਏ ਸੀ ਨਾਲ, ਕਾਫੀ ਮਤਲਬ ਕਿ ਛਿੱਟੇ ਕਾਫੀ ਮਾਰੇ ਅੱਖਾਂ ਵਿੱਚ, ਫਿਰ ਪੱਟੀਆਂ ਹੀ ਕੋਟਨ ਦੀਆਂ ਚੁੰਨੀਆਂ ਹੀ ਅੱਖਾਂ ਤੇ ਬਲੇਟੀ ਗਏ, ਅਸੀਂ ਕੰਬਲ ਪਾਏ ਉੱਤੇ। ਟਰੈਕਟਰ ਸਾਡੇ ਤੋਂ ਅੱਗੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਸੀਗੇ, ਤੇ ਜਦੋਂ ਗੋਲੇ ਸਿੱਟੇ ਬਿਲਕੁਲ ਸਾਡੇ ਪੈਰਾਂ ਵਾਲੇ ਪਾਸੇ ਆ ਕੇ ਡਿੱਗੇ ਆ, ਤੇ ਇੱਕਦਮ ਤਾਂ ਇਸ ਤਰ੍ਹਾਂ ਲੱਗਦਾ ਸੀ ਵੀ ਜਾਨ ਗਈ। ਤੇ ਸਾਨੂੰ ਟਰੈਕਟਰ ਵਾਲਿਆਂ ਨੇ ਤਾਰਤਾ, ਕਹਿੰਦੇ ਮੈਡਮ ਤੁਸੀਂ ਪਿੱਛੇ ਚਲੇ ਜਾਓ। ਅਸੀਂ ਕਿਹਾ ਪਿੱਛੇ ਨਹੀਂ ਜਾਣਾ, ਅਸੀਂ ਅੱਗੇ ਨੂੰ ਜਾਣਾ। ਪਿੱਛੋਂ ਹੋਰ ਟਰੈਕਟਰ ਆ ਗਿਆ ਸੀ, ਉਹਦੇ ਚੜ ਗਏ, ਪਰ ਅਸੀਂ ਜਾ ਕੇ ਜ਼ਰੂਰ ਆਏ ਆ ਲਾਲ ਕਿਲੇ ਤੇ। ਇਦਾਂ ਹੀ ਕਿਸੇ ਦਾ ਟਰੈਕਟਰ ਕਿਸੇ ਦੇ ਚੜ ਕੇ ਹਾਂਜੀ 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 ਹਾਂਜੀ। ਨੇ ਵੀਰ ਦੇ ਸੀਗੇ, ਫਿਰ ਸਰਹੰਦ ਵੀਰ ਵਾਲਿਆਂ ਨੇ ਬਿਠਾਇਆ, ਸਰਹੰਦ ਫਤਿਹਗੜ੍ਹ ਸਾਹਿਬ। ਪਰ ਗਏ ਲੱਗਦਾ ਵੀ ਕਦੇ ਵੀ ਇਹ ਯਾਦਗਾਰੀਆਂ ਜਿਹੜੀਆਂ ਨੇ ਉਹ ਦਿਮਾਗ ਚੋਂ ਨਿਕਲ ਬੜਾ ਮਾਣ ਨਾਲ ਕਹਿੰਦੇ ਵੀ ਹਾਂ ਅਸੀਂ ਜਾ ਕੇ ਆਏ ਆ। ਅਸੀਂ ਆਪਣੇ ਪੋਤੇ ਦੋਤਿਆਂ ਨੂੰ ਸਭ ਨੂੰ ਦੱਸਦੇ ਆ, ਬੱਚਿਆਂ ਨੂੰ ਦੱਸਦੇ ਆ ਵੀ ਅਸੀਂ ਵੀ ਇੱਕ ਕ੍ਰਾਂਤੀਕਾਰੀ ਹੀ ਹੋ ਗਏ। ਹਾਂਜੀ, ਪਹਿਲੇ ਸਾਡੇ ਫਾਦਰ ਸਾਹਿਬ ਉਹ ਪਾਕਿਸਤਾਨ ਦੀ ਲੜਾਈ ਲੜੇ ਹੋਏ ਆ, ਫਿਰ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਰਹੇ ਕਾਫੀ ਟਾਈਮ, ਹੁਣ ਅਸੀਂ ਇੱਧਰ ਆ ਗਏ। ਹਾਂਜੀ, ਜਿਹੜੀ ਜੰਗ ਹੈ ਉਹ ਲੜੀ ਜਾ ਰਹੀ है। बिल्कुल। सो इधर गलबात करने की कोशिश करते हैं डॉक्टर साहब के नाल। डॉक्टर साहब कब से बात करें, ये कैंप जो है चलाए जा रहे हैं, क्योंकि 26 नवंबर से तो शुरू हुए थे। 26 नवंबर से ही हम आ रहे हैं। 25 जनवरी को भी हम यहीं पे, 26 जनवरी को भी यहीं थे। पिछले साल हमने सारा मंजर जो हुआ है वो देखा है। ये मोदी की तानाशाही सरकार को किसानों ने एक ऐसा करारा थप्पड़ मारा है जो सारा आज दुनिया भर में याद रहेगा कि ऐसे किसी को डिक्टेटर नहीं बनना चाहिए। ये पंजाब के लोग हैं, पंजाब के लोग किसी को डिक्टेटरशिप नहीं बनने देंगे। डॉक्टर साहब जे ਤੁਹਾਡੀ ਗੱਲ ਕਰੀਏ ਤਾਂ ਕਿੰਨੇ ਕੁ ਮਰੀਜ਼ ਹੁਣ ਤੱਕ ਇੱਥੋਂ ਦੇ ਇਸ ਕੈਂਪ ਚੋਂ ਠੀਕ ਹੋ ਕੇ ਜਾ ਚੁੱਕੇ? ਅਸੀਂ ਹਜ਼ਾਰਾਂ ਦੇ ਵੀ ਗਿਣਤੀ ਦੇ ਵਿੱਚ ਮਰੀਜ਼ ਠੀਕ ਹੋ ਕੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਘੱਟੋ ਘੱਟ 2000 ਅਸੀਂ ਆਪਰੇਸ਼ਨ ਕਰਵਾ ਚੁੱਕੇ ਹਾਂ। 1 ਲੱਖ ਮਾਸਕ ਅਸੀਂ ਵੰਡੇ ਨੇ, ਜਿਹੜੇ ਪਹਿਲਾਂ ਕਿਸਾਨ ਮਾਸਕ ਪਾਉਣ ਨੂੰ ਤਿਆਰ ਨਹੀਂ ਸਨ। ਅਸੀਂ ਉਹਦਾ ਇੱਕ ਸੈਂਪਲ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਵਧੀਆ ਬਣਵਾ ਕੇ ਲਿਆਂਦੇ ਪਟਿਆਲੇ ਤੋਂ, ਡਾਕਟਰ ਬਲਬੀਰ ਜੀ ਦੇ ਨਾਲ ਮੈਂ ਉਦੋਂ ਤੋਂ ਜੁੜਿਆ।
ਔਰ 1 ਲੱਖ ਜਿਹੜੇ ਮਾਸਕ ਅਸੀਂ ਸਾਰੀ ਕਿਸਾਨ ਜਥੇਬੰਦੀ ਨੂੰ, ਕਿਸਾਨ ਸੰਯੁਕਤ ਮੋਰਚੇ ਨੂੰ ਰਾਜੀ ਕੀਤਾ ਵੀ ਇਹਨਾਂ ਨੂੰ ਪਾਉਣੇ ਜ਼ਰੂਰੀ ਨੇ, ਭਾਵੇਂ ਕਰੋਨਾ ਹੋਵੇ ਨਾ ਹੋਵੇ, ਸਾਨੂੰ ਮਿੱਟੀ ਘੱਟੇ ਤੋਂ ਵੀ ਬਚਾਉਂਦੇ ਨੇ। ਇੱਧਰੋਂ ਦੀ ਜਦੋਂ ਹੁਣ ਕਿਉਂਕਿ ਐਲਾਨ ਹੋ ਚੁੱਕਿਆ ਹੈ ਤੇ ਜੇ ਇਧਰੋਂ ਦੀ ਹੁਣ ਵਾਪਸ ਜਾਵਾਂਗੇ ਤਾਂ ਫਿਰ ਉਦੋਂ ਕੀ ਹੋਊਗਾ, ਇੱਥੇ ਕੈਂਪਾਂ ਦਾ ਕੀ ਹੋਊਗਾ? ਨਹੀਂ, ਇਹ ਜਿਹੜੇ ਕੈਂਪਾਂ ਦਾ ਹਜੇ ਐਡੀ ਛੇਤੀ ਇਹ ਫੈਸਲਾ ਨਹੀਂ ਹੋਣ ਵਾਲਾ, ਕਿਉਂਕਿ ਜੋ ਬਿਆਨ ਮੋਦੀ ਸਾਹਿਬ ਨੇ ਦਿੱਤਾ ਉਹ ਇਹ ਦਿੱਤਾ ਕਿ ਅਸੀਂ ਇੱਕ MSP ਵਾਸਤੇ ਕਮੇਟੀ ਬਣਾਵਾਂਗੇ ਜਿਹੜੀ ਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਏਗੀ ਜਦੋਂ ਤੱਕ ਉਹ, ਕਿਉਂਕਿ ਉਹ ਅੜੇਗਾ ਹੁਣ ਮੋਦੀ। ਇੱਕ ਗੱਲ ਉਹਨੇ ਮੰਨ ਲਈ, ਦੂਜੀ ਗੱਲ ਸਾਡੀ ਨਹੀਂ ਮੰਨੇਗਾ। ਉਹਨੂੰ ਮੰਨਣ ਲਈ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ, 2 ਮਹੀਨੇ ਵੀ ਲੱਗ ਸਕਦੇ ਆ, ਹੋ ਸਕਦਾ ਕੁਝ ਦਿਨਾਂ 'ਚ ਹੀ ਨਿਬੇੜ ਦੇਵੇ, ਲੇਕਿਨ ਉਹ ਕਮੇਟੀ ਤੋਂ ਪਿੱਛੇ ਨਹੀਂ ਹਟੇਗਾ, ਕਮੇਟੀ ਜ਼ਰੂਰ ਬਣਾਏਗਾ। ਸਾਡਾ ਜੋ ਮੇਰਾ ਸੋਚਣਾ ਹੈ, ਉਹ ਕਮੇਟੀ ਜਿਹੜੀ ਆ ਉਹ ਸਾਡੇ ਹੱਕ 'ਚ ਫੈਸਲਾ ਨਹੀਂ ਕਰੇਗੀ, ਇਹ ਵੀ ਸਾਨੂੰ ਪਤਾ। ਅਸੀਂ ਪੂਰੀ MSP ਸਾਰੇ ਦੇਸ਼ ਦੇ ਲਈ ਲੈ ਕੇ ਜਾਣੀ ਹੈ। ਪੰਜਾਬ ਨੂੰ ਪਹਿਲਾਂ ਹੀ ਮਿਲਦੀ ਹੈ, UP ਦੇ ਵਿੱਚ ਮਿਲਦੀ ਹੈ, ਉੱਥੇ ਉਹਨਾਂ ਨੂੰ ਕਿਸਾਨਾਂ ਨੂੰ ਉਹ ਅਨਾਜ ਉਸ ਰੇਟ ਤੇ ਨਹੀਂ ਚੱਕਦੇ। ਇਸ ਕਰਕੇ ਇਹ ਸਾਡਾ ਵਿਸ਼ਵਾਸ ਹੈ ਵੀ ਅਸੀਂ 6 ਮਹੀਨੇ ਹਲੇ ਸਾਨੂੰ ਹੋਰ ਇੱਥੇ ਕਹਿੰਦੇ ਵੀ ਹਲੇ ਤੱਕ ਲੱਗਦਾ ਨਹੀਂ ਹੈਗਾ, ਕਮੇਟੀ ਜ਼ਰੂਰ ਬਣਾਈ ਜਾਊਗੀ, ਪਰ ਕਮੇਟੀ ਬਣਾ ਕੇ ਜਿਹੜੀ ਸਾਡੀ ਗੱਲ ਆ ਉਹ ਨਹੀਂ ਸੁਣੀ ਜਾਊਗੀ। ਸੋ ਇਹ ਕਹਿੰਦੇ ਵੀ ਸਾਨੂੰ ਯਕੀਨ ਹੈ ਹਲੇ ਤੱਕ ਤਾਂ ਵੀ ਕਮੇਟੀ ਤਾਂ ਬਣ ਜੂਗੀ, ਪਰ ਸਾਡੀ ਗੱਲ ਸੁਣਨਗੇ ਜਾਂ ਨਹੀਂ ਸੁਣਨਗੇ, ਕਮੇਟੀ ਸਾਡੇ ਹੱਕ ਦੇ ਵਿੱਚ ਫੈਸਲਾ ਕਰੂਗੀ ਜਾਂ ਨਹੀਂ, ਇਹ ਸਾਨੂੰ ਨਹੀਂ ਪਤਾ। ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਦੇ हैं, डॉक्टर बलबीर साढ़े नाल ने। डॉक्टर साहब 26 नवंबर से यहाँ पे कैंप चल रहे हैं, लेकिन सबसे पहला सवाल मेरा यही है, क्योंकि ऐलान हो चुका है कि कानून वापस होंगे, तो जब कानून वापस हो गए, किसान यहाँ से वापस जाएंगे, तो कैंप का क्या होगा? तो कैंप भी यहाँ से। नमस्कार, मैं डॉक्टर बलबीर सिंह पटियाला से। देखो, ये जो कैंप है ये सद्भावना मिशन है, संयुक्त किसान मोर्चे की तरफ से ही है ये। तो ये हमारी कंट्रीब्यूशन है डॉक्टर्स की। इसमें बहुत सारे डॉक्टर्स ने, मतलब दर्जनों डॉक्टर ने और पैरामेडिक्स ने इसमें बहुत बड़ा योगदान दिया, और दानी सज्जनों का बहुत बड़ा योगदान है। तो ये सद्भावना मिशन जो है, ये जो आंदोलन कर रहे हैं उनके लिए तो है ही है। इसमें जो आसपास के लोग हैं, तो कम से कम आप कह सकते हो कोई टिकरी बॉर्डर तक, झज्जर और इधर UP में बागपत का सारा एरिया और हरियाणा और पंजाब के, यहाँ कई हज़ार लोगों के ऑपरेशन हुए हैं, हियरिंग एड्स दी गई हैं, और उसमें चश्मे तो कम से कम 15-20 हज़ार लोगों को दिए गए हैं, और मेडिसिन का कोई हिसाब नहीं है। ये सद्भावना मिशन इसलिए है कि जब यहाँ कोरोना बहुत ज़्यादा था, आपको याद होगा, दिल्ली में ऑक्सीजन नहीं मिल रही थी, बेड नहीं मिल रहे थे, हरियाणा में UP में हाहाकार मची हुई थी, तो यहाँ पे कोरोना बहुत कम था, तो हमने ऑक्सीजन का लंगर भी लगाया था। वो अपने सरदार बलबीर सिंह राजेवाल और दर्शनपाल जी, उनकी ये सोच है कि यहाँ के लोग हमें इसलिए ना याद करें कि हमें असुविधा हुई, तो इसलिए याद करें कि जब पंजाब के लोग आए थे, हमारे माता जी का ऑपरेशन हुआ, बापू को हीयरिंग एड मिल गई, ECG हो गई, उनको मेडिसिन मिली, तो इसलिए हम अच्छी बातों के लिए याद करें। और ये पंजाब का सभ्याचार भी है। तो हमारे लंगर भी जैसे चल रहे हैं कि यहाँ कोई भूखा नहीं रहता है। तो अभी जो आपका सवाल है कि अभी जो हमारा ये एक स्पोर्टिव मिशन है, हम स्पोर्टिंग एक्टर्स हैं सारे जो मेडिकल स्टाफ वाले हैं, तो जब तक मोर्चा चलेगा तब तक हमारा ये जो हमारा सपोर्ट सिस्टम है ये हमारा उनके साथ रहेगा। लेकिन अब मुझे लगता है कि अब इसमें ऑलरेडी 1 साल हो चुका है, और प्रधानमंत्री जी ने, मैं उनसे एक ही अपील करना चाहता हूँ कि आपने देर से ही सही एक सही फैसला किया है, हम उसका स्वागत करते हैं, हर तहे दिल से स्वागत करते हैं और उनका धन्यवाद भी करते हैं। लेकिन एक बात उनसे कहना भी चाहते हैं कि आप अपने आप को सेवादार कहते हो, आप राजा नहीं हो ना, तो हम भी आपके सब्जेक्ट्स नहीं हैं, हम पब्लिक है। तो जो पब्लिक है, तो उसके लिए मैं उनसे बेनती करता हूँ आपके चैनल के थ्रू, शायद वो देखते होंगे या उनके एडवाइज़र देखते होंगे, कि वो किसान लीडरों को बुलाएं, जो संयुक्त किसान मोर्चा के लीडर उनको बुलाएं, उनसे बात करें। बाकी जो उनके मुद्दे हैं, बहुत बड़ा फैसला हो गया है, बहुत मतलब उनका किसान SKM ने भी स्वागत किया, उनको बुलाएं, उनको 1 कप चाय पिलाएं, और उनको बताएं कि हम जो MSP है उसके बारे में एक टाइम फ्रेम दें, हम उसका फैसला हम ऐसे करेंगे, जो पोल्यूशन का मुद्दा है उसका हल ऐसे करेंगे। एक कोऑपरेटिव जो वो कहते भी हैं ना, वो उनसे मिलने के बाद भी सबका साथ, तो वो सबका साथ लें और सबका सहयोग करें, और मेरी ये बेनती है उनसे। तो आप मीडिया ने बहुत, मैं मीडिया का भी शुक्रिया अदा करता हूँ कि इसमें मीडिया का भी बहुत बड़ा योगदान है। डॉक्टर साहब, यहाँ पे हमें बात कर रहे थे, बापूजी थे एक हमारे साथ, वो कहते हैं कि जब मैं 26 तारीख को यहाँ पे आया था तो मेरी आंखों में आंसू गैस के गोले थे, वो उस टाइम पे जो बजे थे, तो इसकी वजह से उनकी आंखें जो रोशनी है वो चली गई थी। तो अभी यहाँ पे हमारी माताएं बैठी हैं, वो भी कह रहे थे यही चीज़। तो ऐसे मरीज तो है ही जो 26 नवंबर को यहाँ पे आए थे, और कैसे कैसे जो मरीज हैं वो यहाँ पे आ रहे हैं, या फिर आंदोलन में कितने लोग ऐसे थे जो घायल हुए थे, वो आपके पास यहाँ? ये आपका बहुत अहम सवाल है। ये किसान भाई जो है 26 को यहाँ पहुँचे थे,
तो अगेन मीडिया की आप लोगों ने दिखाया और मैंने देखा कि उनकी क्या हालत हुई है। मैं 27 को अपनी एम्बुलेंस लेके पहुंच गया था यहाँ। और हरिचंद बांसल जी हैं हमारे जो मतलब केमिस्ट हैं, फार्मासिस्ट हैं, वो शुरू से पहले दिन से 1 साल से मेरे साथ हैं। इनको हार्ट अटैक भी होगा यहाँ पे, मुझे कोरोना भी होगा, लेकिन हमने अपना काम नहीं छोड़ा। जो मिनिमम पीरियड था वो हमने रिकवर करके हमने अपना वो काम किया। अभी ज़्यादा लोगों को यहाँ पे जो सबसे बड़ी दिक्कत थी, लोगों की हार्ट अटैक से डेथ हो रही थी। तो उसके लिए हमने एक मिशन शुरू किया कि उनका बीपी शुगर टेस्ट करेंगे। अब 80% लोगों को पता ही नहीं है बेचारे, यहाँ स्ट्रेस में रहते हैं, बुरे हालात में रहते हैं कि उनका बीपी बढ़ा, वो उसकी वजह से हो रहा था। उसका हमने सबको दवाई दी, उसका इलाज किया, ECG की, शुगर का हमने कंट्रोल किया। ये बहुत कॉमन है, 2 प्रॉब्लम्स बहुत कॉमन है, वैसे भी कॉमन है, बट यहाँ पे स्ट्रेस की वजह से और कॉमन है, और मेन हार्ट अटैक का और स्ट्रोक का कारण ये बनती हैं। तो इसके सिवाय ब्लाइंडनेस तो है ही है। देखो ये मैं जो राष्ट्रीय राजधानी है और उसके मैं कितना करीब बैठा हूँ, लेकिन इतने 1000 ऑपरेशन यहाँ पे मैंने किए हैं, मतलब आसपास के लोगों के, दिल्ली से भी, हरियाणा से भी, यूपी से भी। तो मतलब मैं कह सकता हूँ कि संयुक्त किसान मोर्चा ने पूरे देश में बेस्ट पॉसिबल हेल्थ सर्विसेज दी हैं। तो इसमें आंखों की प्रॉब्लम है, लोगों को सुनने की बहुत दिक्कत है। एक मैं बात और बताता हूँ आपको, कई देखा होगा आप, कई लोगों का हाथ कटा होता है, जो एग्रीकल्चर है उसमें ज़्यादा होता है। तो एक रोटरी क्लब ने मुझे कांटेक्ट किया कि हमने 500 हाथ देने हैं, तो मैंने यहाँ से अनाउंस कर दिया वो। तो आप बिलीव नहीं करोगे कि 1 हफ्ते के अंदर 5000 लोगों की एप्लीकेशन आ गई हमारे पास, हमें वो बंद करना पड़ा। अब वो रोटरी वाले खरीद के दे रहे हैं। सो जो हेल्थ सर्विसेज का हाल है वो बहुत अच्छा नहीं है। ये बहुत कॉमन है, हमें पता लगा कि हज़ारों लोग हैं जिनके पास, और वो बड़ी सिंपल सी एडवाइस है, गवर्नमेंट नहीं कर सकती जी। उनको एक हाथ दे दे, नकली हाथ दे दे, और उसको बायोनिक हैंड भी कह देते हैं। आदमी काफ़ी सारे काम कर सकता है उसमें, खेती कर सकता है, अपना पानी का गिलास उठा सकता है, तो बहुत कुछ कर सकता है वो। तो ये जो कॉमन कंडीशन यही है कि उनको सुनने में दिक्कत है, दिखाई नहीं देता, ब्लड प्रेशर है, शुगर है, दमे की बीमारी है। कुछ लोगों को हमने खालसा एड की तरफ से उनको मशीनें भी दी हैं, जो ऑक्सीजन कंसनट्रेटर जिसको कहते हैं, उनकी लाइफ बहुत कंफर्टेबल है। तो हमने हर पॉसिबल सुविधा लोगों को मेडिकल सर्विसेज जहाँ दी है, और ये मेडिकल सर्विसेज कंटिन्यू करेंगी। एक आखिरी बात, जो संयुक्त किसान मोर्चा फैसला करता है कि हम हर साल बाद तो करेंगे, जो जब भी इनकी एनिवर्सरी होगी तो हम लोग यहाँ आएंगे, जितने भी लोग आया करेंगे उनके हम 200-300-400 के ऑपरेशन करके जाया करेंगे, और हियरिंग एड भी देंगे, और ये हम परमानेंट फीचर बनाएंगे। और जितने लोगों ने आकर यहाँ सेवा की है, उनकी तरफ से, मेरा भी हॉस्पिटल है, उनके लिए किसान भाइयों का जो चेकअप है वो फ्री रहेगा, कम से कम 6 महीने साल के लिए, ताकि उनको इकोनॉमिक कंडीशन है, और उनकी जो भी हम मदद करेंगे, सर्जरी में भी उनको सिर्फ जो लेंस के चार्जेस होंगे, हमारे हॉस्पिटल में मिनिमम चार्जेस लगेंगे, उनकी कंसल्टेशन की फ़ी कोई नहीं होगी। ये बात है। धन्यवाद। सो बहुत खुशी हुई सुन के, सेवा भावना तो ਤੁਸੀਂ ਦਿਖਾਈ, ਪਰ ਉਸ ਤੋਂ ਅੱਗੇ ਤੁਸੀਂ ਕਹਿੰਦੇ ਹੋ ਜਦੋਂ ਐਨਵਰਸਰੀ ਹੋਇਆ ਕਰੇਗੀ ਤਾਂ ਉਦੋਂ ਵੀ ਅਸੀਂ ਆਵਾਂਗੇ। ਸੋ ਇੱਥੋਂ ਪਤਾ ਲੱਗਦਾ ਹੈ ਵੀ ਸਿਰਫ ਦਿਖਾਵਾ ਨਹੀਂ, ਕਿਉਂਕਿ ਦਿਖਾਵਾ ਕੁਝ ਸਮੇਂ ਵਾਸਤੇ ਹੁੰਦਾ, ਇੰਨੇ ਸਮੇਂ ਵਾਸਤੇ ਦਿਖਾਵਾ ਨਹੀਂ ਹੋ ਸਕਦਾ। ਦਿਲੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ, ਦਿਲੋਂ ਭਾਵ ਨਿਕਲਦੇ ਨੇ, ਉਸੇ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਅਸੀਂ ਉਮੀਦ ਕਰਾਂਗੇ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਰਹੋਗੇ। ਬਹੁਤ ਧੰਨਵਾਦ ਜੀ। ਜੀ ਸੋ ਇੱਧਰ ਅੱਗੇ ਵੀ ਚੱਲਾਂਗੇ। ਸੋ ਤੁਹਾਨੂੰ ਦਿਖਾਵਾਂਗੇ ਕਿ ਇੱਧਰ ਤੁਸੀਂ ਦੇਖ ਸਕਦੇ ਹੋ ਪਰਚੀਆਂ ਜਿਹੜੀਆਂ ਨੇ ਇੱਧਰੋਂ ਦੀ ਲਈ ਜਾਂਦੀਆਂ ਨੇ। ਸੋ ਬਾਹਰ ਵੀ ਜਿਹੜੇ ਮਰੀਜ਼ ਨੇ, ਬਾਹਰ ਵੀ ਮਰੀਜ਼ ਬੈਠੇ ਨੇ ਜੋ ਕਿ ਆਪਣਾ ਇਲਾਜ ਕਰਵਾਉਣ ਲਈ ਨੇ। ਸੋ ਇਹ ਅਨੋਖੀ ਚੀਜ਼ ਜਿਹੜੀ ਹੈ ਉਹ ਦੇਖੀ ਕਿ ਕਿਸ ਤਰੀਕੇ ਦੇ ਨਾਲ ਸੇਵਾ ਭਾਵਨਾ ਮਨਾਂ ਦੇ ਵਿੱਚ ਹੁੰਦੀ ਹੈ, ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਇੱਥੇ ਪਹੁੰਚ ਕੇ ਕੀਤੀਆਂ ਗਈਆਂ ਨੇ। 26 ਨਵੰਬਰ ਨੂੰ ਪਿਛਲੇ ਸਾਲ ਕਹਿੰਦੇ ਚੱਲੇ ਸੀਗੇ, ਉਦੋਂ ਤੋਂ ਇੱਥੇ ਐਂਬੂਲੈਂਸ ਵੀ ਬਾਹਰ ਖੜੀ ਹੈ, ਉਹਦੀਆਂ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਪਰ ਕਹਿੰਦੇ ਵੀ ਹੁਣ ਵੀ ਜਦੋਂ ਐਨਵਰਸਰੀ ਹੋਇਆ ਕਰੂਗੀ, ਜਦੋਂ ਹਰ 26 ਨਵੰਬਰ ਨੂੰ ਇੱਥੇ ਆ ਕੇ ਕੁਛ ਨਾ ਕੁਛ ਹੋਇਆ ਕਰੂਗਾ, ਤਾਂ ਉਦੋਂ ਇੱਥੇ ਆ ਕੇ ਅਸੀਂ ਕੈਂਪ ਲਾਇਆ ਕਰਾਂਗੇ। 400-500 ਜਿਹੜੇ ਆਪਰੇਸ਼ਨ ਨੇ ਉਹ ਕਰਕੇ ਜਾਇਆ ਕਰਾਂਗੇ। ਸੋ ਕਿਸਾਨਾਂ ਦਾ ਫ੍ਰੀ ਦੇ ਵਿੱਚ ਇਲਾਜ ਕਰਾਂਗੇ, ਜਿੰਨੇ ਕੁ ਚਾਰजेस ਬਣਦੇ ਹੋਣਗੇ ਉਹਨੇ ਕੁ ਚਾਰजेस ਲਵਾਂਗੇ। ਸੋ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੇ ਕਿਸਾਨ ਨੇ ਜਾਂ ਜਿਹੜੇ ਉਹਨਾਂ ਦੇ ਨਾਲ ਜੁੜੇ ਸਮਰਥਕ ਨੇ ਉਹ ਅਸਲੀ ਸੀਗੇ, ਭਗਤ ਨਹੀਂ ਸੀਗੇ, ਭਗੌੜੇ ਨਹੀਂ ਸੀਗੇ, ਉੱਥੇ ਜੁੜੇ ਰਹਿਣ ਵਾਲੇ ਸੀ, ਨਾਲ ਡਟੇ ਰਹਿਣ ਵਾਲੇ ਸੀਗੇ। ਸੋ ਇਹ ਤਸਵੀਰਾਂ ਸਾਂਝੀਆਂ ਕਰਨੀਆਂ ਜ਼ਰੂਰੀ ਸੀ, ਤਾਂ ਹੀ ਦੱਸਿਆ ਸੀਗਾ ਕਿ ਜੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਖੋਲੀਆਂ ਸੀ ਤਾਂ ਇੱਥੇ ਇਲਾਜ ਵੀ ਅੱਖਾਂ ਦੇ ਕੀਤੇ ਨੇ। ਸੋ ਕਿੰਨੇ ਇਲਾਜ ਕੀਤੇ ਨੇ, ਕੀ ਕੁਝ ਕੀਤਾ, ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਹਰ ਇੱਕ ਅਪਡੇਟ ਇੱਥੋਂ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕੈਮਰਾਮੈਨ ਸਨਮ ਦੇ ਨਾਲ ਮੈਂ ਅਨੂ ਕੋੜਾ।